इस शो ਨੂੰ ਵੇਖ ਰਹੇ ਸਾਰੇ ਵਿਊਅਰਸ ਨੂੰ ਮੇਰੇ ਜਾਨੀ ਪ੍ਰਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਸੋ ਅੱਜ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਦੇ ਉੱਪਰ ਗੱਲਬਾਤ ਕਰਨ ਵਾਲੇ ਹਾਂ ਤੇ ਉਹ ਇੰਪੋਰਟੈਂਟ ਟੌਪਿਕ ਹੈ USA ਇਮੀਗ੍ਰੇਸ਼ਨ ਇਸ਼ੂਜ਼। ਪਿਛਲੇ ਕੁਝ ਦਿਨਾਂ ਵਿੱਚ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਬਹੁਤ ਸਾਰੇ ਬੱਚਿਆਂ ਨੂੰ USA ਤੋਂ ਡਿਪੋਰਟ ਕੀਤਾ ਗਿਆ ਹੈ ਅਤੇ ਇਹ ਖਬਰ ਸਟਾਰਟ ਹੁੰਦੀ ਹੈ 16 ਜਾਂ 17 ਤਰੀਕ ਤੋਂ, ਜਦੋਂ ਇੱਕੋ ਦਿਨ ਵਿੱਚ 21 ਬੱਚੇ ਜਿਹੜੇ ਤੇਲੰਗਾਨਾ ਦੇ ਸੀਗੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ। ਉਹਨਾਂ ਵਿੱਚੋਂ ਮੈਕਸਿਮਮ ਸਟੂਡੈਂਟ ਸੀਗੇ ਮਾਸਟਰ ਡਿਗਰੀ ਲਈ ਜੋ ਜਾ ਰਹੇ ਸੀਗੇ ਨਾ। ਇਸ ਤੋਂ ਬਾਅਦ ਇਹ ਖਬਰ ਸਿਰਫ ਤੇਲੰਗਾਨਾ ਤੱਕ ਨਹੀਂ ਰੁਕਦੀ ਹੈ, ਇਹ ਖਬਰ ਫਿਰ ਪੰਜਾਬ ਚੋਂ ਵੀ ਆਉਂਦੀ ਹੈ, ਇਹ ਖਬਰ ਫਿਰ ਹਰਿਆਣਾ, ਹਿਮਾਚਲ ਜਾਂ ਦਿੱਲੀ ਤੋਂ ਵੀ ਆਉਂਦੀ ਹੈ। ਅਤੇ ਪਿਛਲੇ 2 ਦਿਨਾਂ ਵਿੱਚ ਕਾਫੀ ਸਟੂਡੈਂਟਸ ਨੇ ਸਾਨੂੰ ਸਾਡੇ YouTube ਚੈਨਲ ਥਰੂ ਕੰਟੈਕਟ ਕੀਤਾ ਕਿ ਸਾਨੂੰ ਡਿਪੋਰਟ ਕੀਤਾ ਗਿਆ ਤੇ ਉਹ ਆਪਣੀ ਆਵਾਜ਼ ਚੁੱਕਣਾ ਚਾਹੁੰਦੇ ਹਨ। ਸੋ ਆਵਾਜ਼ ਚੁੱਕਣ ਦੀ ਗੱਲ ਤਾਂ ਆਪਾਂ ਬਾਅਦ ਵਿੱਚ ਕਰਾਂਗੇ, ਪਹਿਲਾਂ ਆਪਾਂ ਉਹਨਾਂ ਪੁਆਇੰਟਸ ਉੱਪਰ ਡਿਸਕਸ਼ਨ ਕਰ ਲਈਏ ਕਿ ਕਿਹਨਾਂ ਕਾਰਨਾਂ ਕਰਕੇ ਇਹਨਾਂ ਬੱਚਿਆਂ ਨੂੰ ਡਿਪੋਰਟ ਕੀਤਾ ਗਿਆ ਹੈ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ 'ਚੋਂ ਜਿਹੜੇ ਮੈਕਸਿਮਮ ਸਟੂਡੈਂਟ ਹਨ ਉਹ ਮਾਸਟਰ ਡਿਗਰੀ ਲਈ ਗਏ ਸਨ ਅਤੇ ਕਿਹੜੇ ਉਹ ਏਅਰਪੋਰਟ ਹਨ ਜਿੱਥੋਂ ਇਹ ਡਿਪੋਰਟ ਹੋਏ ਪਏ। ਦੇਖੋ, USA ਵਿੱਚ 3 ਮੇਜਰ ਏਅਰਪੋਰਟ ਹਨ ਜਿੱਥੇ ਬਹੁਤ ਜ਼ਿਆਦਾ ਸਖਤਾਈ ਹੈ। ਉਹਨਾਂ ਵਿੱਚੋਂ ਪਹਿਲਾ ਏਅਰਪੋਰਟ ਹੈ ਸੈਨ ਫਰਾਂਸਿਸਕੋ ਕੈਲੀਫੋਰਨੀਆ ਦੇ ਵਿੱਚ, ਦੂਸਰਾ ਏਅਰਪੋਰਟ ਹੈ ਲਾਸ ਐਂਜਲਸ, ਉਹ ਵੀ ਕੈਲੀਫੋਰਨੀਆ, ਤੇ ਤੀਸਰਾ ਏਅਰਪੋਰਟ ਹੈ ਸ਼ਿਕਾਗੋ ਇਲੀਨੋਏ ਦੇ ਵਿੱਚ। ਸੋ ਇਹ 3 ਮੇਨ ਏਅਰਪੋਰਟ ਹਨ ਜਿੱਥੇ ਬਹੁਤ ਹੀ ਸਖਤ ਤਰੀਕੇ ਦੇ ਨਾਲ ਇੰਟਰੋਗੇਸ਼ਨ ਕੀਤੀ ਗਈ। ਸਟੂਡੈਂਟਸ ਨੇ ਆਪਣੀ ਗੱਲਬਾਤ ਰੋ ਕੇ ਦੱਸੀ ਮੈਨੂੰ ਕਿ ਸਾਨੂੰ 9 ਘੰਟੇ ਬਿਨਾਂ ਪਾਣੀ ਪਿਲਾਏ ਰੱਖਿਆ ਗਿਆ, ਉੱਥੇ ਸਾਨੂੰ ਪਾਣੀ ਤੱਕ ਵੀ ਨਹੀਂ ਦਿੱਤਾ ਗਿਆ। ਸੋ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਹੈ ਉਹ 14 ਤੋਂ 15 ਘੰਟੇ ਚੱਲੀ। ਮੈਂ ਇਮੀਗ੍ਰੇਸ਼ਨ ਨਾ ਯੂਜ਼ ਕਰਕੇ ਜੇ ਯੂਜ਼ ਕਰਾਂ ਕਿ ਉਹਨਾਂ ਦੀ ਇੰਟਰੋਗੇਸ਼ਨ 14-15 ਘੰਟੇ ਚੱਲੀ ਤਾਂ ਬਿਲਕੁਲ ਸਹੀ ਹੋਏਗਾ। ਅਤੇ ਉਹਨਾਂ ਨੂੰ ਕਿਸ ਕਾਰਨ ਕਰਕੇ ਡਿਪੋਰਟ ਕੀਤਾ ਗਿਆ, ਉਹਨਾਂ ਵਿੱਚੋਂ ਮੇਜਰ ਕੁਝ ਸਟੂਡੈਂਟਸ ਦੇ ਕਾਰਨ ਇਹ ਸਨ ਕਿ ਕਿਸੇ ਕੋਲ ਡਾਕੂਮੈਂਟਸ ਸਾਰੇ ਓਰੀਜਨਲ ਨਹੀਂ ਸਨ, ਜਾਂ ਕਿਸੇ ਨੇ ਜਿਹੜੀ ਫਾਈਲ ਕੀਤੀ ਕਿਸੇ ਏਜੰਟ ਤੋਂ ਕਰਵਾਈ, ਉਹਨੇ ਡਾਕੂਮੈਂਟ ਜਾਲੀ ਤਰੀਕੇ ਨਾਲ ਪ੍ਰੈਜ਼ੈਂਟ ਕੀਤੇ ਗਏ। ਇਸ ਤੋਂ ਇਲਾਵਾ ਕੁਝ ਬੱਚੇ ਇੱਦਾਂ ਦੇ ਡਿਪੋਰਟ ਹੋਏ ਜਿਨ੍ਹਾਂ ਨੂੰ ਫੰਡਿੰਗ ਬਾਰੇ ਪੁੱਛਿਆ ਗਿਆ, ਕੁਝ ਬੱਚੇ ਇੱਦਾਂ ਦੇ ਡਿਪੋਰਟ ਹੋਏ ਜਿਨ੍ਹਾਂ ਨੂੰ ਯੂਨੀਵਰਸਿਟੀ ਐਡਰੈਸ ਪ੍ਰੋਪਰਲੀ ਯਾਦ ਨਹੀਂ ਸੀਗਾ, ਕੁਝ ਬੱਚੇ ਇੱਦਾਂ ਦੇ ਡਿਪੋਰਟ ਹੋਏ ਜਿਨ੍ਹਾਂ ਦੀ I-20 ਕੈਂਸਲ ਹੋ ਚੁੱਕੀ ਸੀਗੀ। ਸੋ ਬਹੁਤ ਸਾਰੇ ਕਾਰਨ ਸਨ, ਬਟ 2 ਸਟੂਡੈਂਟ ਮੈਨੂੰ ਇੱਦਾਂ ਦੇ ਮਿਲੇ ਜਿਨ੍ਹਾਂ ਨੂੰ ਬਿਨਾਂ ਕਿਸੇ ਰੀਜ਼ਨ ਕਰਕੇ ਡਿਪੋਰਟ ਕੀਤਾ ਗਿਆ। ਉਹਨਾਂ ਨੂੰ ਬਹੁਤ ਗੰਦੇ ਤਰੀਕੇ ਨਾਲ ਇੰਟਰੋਗੇਟ ਕੀਤਾ ਗਿਆ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਇਹ ਬੋਲਿਆ ਗਿਆ ਜਾਂ ਤਾਂ ਤੁਸੀਂ ਵਾਪਸ ਚਲੇ ਜਾਓ ਜਾਂ ਫਿਰ ਤੁਸੀਂ ਇੱਥੇ ਬੈਨ ਕਰ ਦਿੱਤੇ ਜਾਓਗੇ, ਤੁਹਾਨੂੰ ਇੱਥੇ ਰੁਕਣਾ ਪਵੇਗਾ, ਬਟ ਤੁਸੀਂ ਆਜ਼ਾਦ ਨਹੀਂ ਰਹੋਗੇ। ਸੋ ਸਟੂਡੈਂਟ ਕੋ ਕੋਈ ਹੋਰ ਆਪਸ਼ਨ ਨਹੀਂ ਸੀਗੀ, ਉਹਨਾਂ ਨੂੰ ਵਾਪਸ ਹੀ ਆਉਣਾ ਪਿਆ। ਸੋ ਆਪਾਂ ਅੱਜ ਉਹ ਅਹਿਮ ਮੁੱਦਿਆਂ 'ਤੇ ਗੱਲ ਕਰਨ ਵਾਲੇ ਹਾਂ ਜਿਨ੍ਹਾਂ ਕਰਕੇ ਬੱਚਿਆਂ ਨੂੰ ਡਿਪੋਰਟ ਕੀਤਾ ਗਿਆ ਹੈ, ਜਾਂ ਉਹਨਾਂ ਮੁੱਦਿਆਂ 'ਤੇ ਗੱਲ ਕਰਾਂਗੇ ਕਿ ਜਦੋਂ ਤੁਸੀਂ USA ਐਂਟਰ ਕਰਨ ਜਾ ਰਹੇ ਹੋ, ਖਾਸ ਕਰਕੇ ਇਹਨਾਂ 3 ਏਅਰਪੋਰਟਸ ਵਿੱਚ ਜਾ ਰਹੇ ਹੋ, ਤੇ ਤੁਹਾਨੂੰ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਵੀਡੀਓ ਉਹਨਾਂ ਸਾਰੇ ਸਟੂਡੈਂਟਸ ਲਈ ਹੈ ਜਿਹੜੇ USA ਐਂਟਰ ਹੋ ਰਹੇ ਹਨ ਜਾਂ ਕੁਝ ਆਉਣ ਵਾਲੇ ਦਿਨਾਂ ਵਿੱਚ ਜਾਣ ਵਾਲੇ ਹਨ। ਸੋ ਸਭ ਤੋਂ ਪਹਿਲੀ ਗੱਲ, ਤੁਹਾਡੀ ਸੇਵਿਸ ID ਹੈ ਉਹ ਵੈਲਿਡ ਹੋਣੀ ਚਾਹੀਦੀ ਹੈ। ਦੂਸਰੀ ਗੱਲ, ਤੁਹਾਡੀ I-20 ਵੈਲਿਡ ਹੋਣੀ ਚਾਹੀਦੀ ਹੈ ਜਾਂ ਤੁਹਾਡੀ I-20 ਐਕਸਪਾਇਰ ਨਹੀਂ ਹੋਣੀ ਚਾਹੀਦੀ। ਤੀਸਰਾ ਮੁੱਦਾ ਹੈ ਕਿ ਤੁਸੀਂ ਜਿਸ ਈਮੇਲ ID ਤੋਂ ਜਾਂ ਤੁਹਾਡੇ ਕੰਸਲਟੈਂਟ ਜਾਂ ਏਜੰਟ ਨੇ ਜਿਸ ਈਮੇਲ ID ਤੋਂ ਯੂਨੀਵਰਸਿਟੀ ਨਾਲ ਪਹਿਲੇ ਦਿਨ ਤੋਂ ਕਮਿਊਨੀਕੇਸ਼ਨ ਕੀਤੀ ਹੈ, ਚਾਹੇ ਉਹ ਗੂਗਲ ਦੀ ਸੀਗੀ, ਚਾਹੇ ਉਹ ਯਾਹੂ ਦੀ ਸੀਗੀ, ਚਾਹੇ ਉਹ ਆਊਟਲੁੱਕ ਦੀ ਸੀਗੀ, ਉਹ ਤੁਹਾਡੇ ਫੋਨ ਵਿੱਚ ਲੌਗਇਨ ਹੋਣੀ ਚਾਹੀਦੀ ਹੈ, ਤਾਂ ਕਿ ਤੁਸੀਂ ਜੇ ਇਮੀਗ੍ਰੇਸ਼ਨ ਵਾਲੇ ਪੁੱਛੇ ਕਿ ਤੁਸੀਂ ਕਿੱਥੇ ਜਾ ਰਹੇ ਹੋ, ਵਿਚ ਯੂਨੀਵਰਸਿਟੀ ਯੂ ਆਰ ਗੋਇੰਗ ਟੂ, ਵਿਚ ਕੋਰਸ ਯੂ ਹੈਵ ਟੇਕਨ, ਸੋ ਯੂ ਸ਼ੁੱਡ ਹੈਵ ਦੈਟ ਈਮੇਲ ID ਰੈਡੀ ਵਿਦ ਯੂ। ਉਹ ਤੁਹਾਡੇ ਫੋਨ 'ਚ ਓਪਨ ਹੋਣੀ ਚਾਹੀਦੀ ਕਿ ਦੇਖੋ ਇਹ ਮੇਰੀ ਪਹਿਲੇ ਦਿਨ ਤੋਂ ਯੂਨੀਵਰਸਿਟੀ ਦਾ ਕਮਿਊਨੀਕੇਸ਼ਨ ਹੈ, ਸਾਰਾ ਕੰਮ ਮੈਂ ਆਪ ਕੀਤਾ ਹੈ ਅਤੇ ਮੈਂ ਇਸ ਯੂਨੀਵਰਸਿਟੀ ਪੜ੍ਹਨ ਜਾ ਰਿਹਾ। ਇਸ ਤੋਂ ਇਲਾਵਾ ਤੁਹਾਡੀ ਯੂਨੀਵਰਸਿਟੀ ਦਾ ਜਿਹੜਾ ਪੋਰਟਲ ਹੈ, ਜਿਸ ਤਰ੍ਹਾਂ ਤੁਸੀਂ ਮੰਨ ਲਓ ਸੈਨ ਮਾਰਕੋਸ ਜਾ ਰਹੇ ਹੋ ਜਾਂ ਤੁਸੀਂ ਯੂਨੀਵਰਸਿਟੀ ਆਫ ਇਲੀਨੋਏ ਜਾ ਰਹੇ ਹੋ ਜਾਂ ਪਰਡਿਊ ਜਾ ਰਹੇ ਹੋ, ਹਰ ਇੱਕ ਯੂਨੀਵਰਸਿਟੀ ਦਾ ਇੱਕ ਪੋਰਟਲ ਹੁੰਦਾ ਹੈ। ਸੋ ਜਿਹੜੇ ਤੇ ਏਜੰਟ ਬੱਚਿਆਂ ਨਾਲ ਪੈਕੇਜ ਕਰਦੇ ਹਨ ਮੋਸਟਲੀ ਉਹਨਾਂ ਨੂੰ ID ਪਾਸਵਰਡ ਨਹੀਂ ਦਿੰਦੇ। ਸੋ ਤੁਸੀਂ ਆਪਣੇ ਏਜੰਟ ਨੂੰ ਰਿਕੁਐਸਟ ਕਰੋ ਵੀ ਤੁਸੀਂ ਪੈਕੇਜ ਕੀਤਾ, ਜੋ ਵੀ ਹੋਇਆ ਸਭ ਖਤਮ ਹੋ ਗਿਆ ਹੈ, ਮੈਂ ਤੁਹਾਨੂੰ ਤੁਹਾਡੇ ਬਣਦੇ ਪੈਸੇ ਦੇ ਚੁੱਕਾ ਹਾਂ, ਸੋ ਤੁਸੀਂ ਮੈਨੂੰ ਪੋਰਟਲ ਲੌਗਇਨ ਕਰਵਾ ਕੇ ਦਿਓ, ਤਾਂ ਕਿ ਜੇ ਤੁਹਾਡੀ ਕੋਈ ਐਨਰੋਲਮੈਂਟ ਹੋਣੀ ਹੈ, ਕੁਝ ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ ਓਰੀਐਂਟੇਸ਼ਨ ਲਈ ਐਨਰੋਲਮੈਂਟ ਮੰਗਦੀਆਂ ਹਨ। ਸੋ ਜੇ ਓਰੀਐਂਟੇਸ਼ਨ ਲਈ ਐਨਰੋਲਮੈਂਟ ਹੈ ਜਾਂ ਤੁਹਾਡੀ ਫੀ ਪੇਮੈਂਟ ਲਈ ਐਨਰੋਲਮੈਂਟ ਹੈ ਜਾਂ ਕਲਾਸਿਸ ਸਟਾਰਟ ਹੋਣ ਵਾਲੀਆਂ ਉਹਦੀ ਐਨਰੋਲਮੈਂਟ ਹੈ, ਉਹ ਸਾਰੀ ਐਨਰੋਲਮੈਂਟ ਕੰਪਲੀਟ ਹੋਣੀ ਚਾਹੀਦੀ ਹੈ। ਕੁਝ ਯੂਨੀਵਰਸਿਟੀ ਐਨਰੋਲਮੈਂਟ 'ਤੇ $100-200 ਮੰਗਦੀਆਂ ਹਨ, ਤੁਹਾਨੂੰ ਦੇਣ ਵਿੱਚ ਕੋਈ ਹੈਜ਼ੀਟੇਸ਼ਨ ਨਹੀਂ ਹੋਣੀ ਚਾਹੀਦੀ। ਸੋ ਤੁਸੀਂ ਆਪਣੀ ਐਨਰੋਲਮੈਂਟ ਕੰਪਲੀਟ ਕਰੋ। ਇਸ ਤੋਂ ਇਲਾਵਾ
ਤੁਸੀਂ ਡਾਇਰੈਕਟ ਉਸ 에ਅਰਪੋਰਟ ਦੇ ਲਾਗੇ ਜਾਓ ਜਿੱਥੇ ਤੁਹਾਡੀ ਯੂਨੀਵਰਸਿਟੀ ਹੈ। ਇਦਾਂ ਨਾ ਹੋਵੇ ਕਿ ਤੁਹਾਡੀ ਯੂਨੀਵਰਸਿਟੀ ਪਰਡਿਊ ਇੰਡੀਆਨਾ ਵਿੱਚ ਹੈ ਤੇ ਤੁਸੀਂ ਉਤਰ ਰਹੇ ਹੋ ਜਾ ਕੇ ਇਲੀਨੋਏ ਦੇ ਵਿੱਚ, ਸ਼ਿਕਾਗੋ ਦੇ ਵਿੱਚ। ਸੋ ਇਦਾਂ ਨਹੀਂ ਹੋਣਾ ਚਾਹੀਦਾ। ਤੁਸੀਂ ਨੀਅਰੈਸਟ 에ਅਰਪੋਰਟ ਚੂਜ਼ ਕਰੋ, ਬਟ ਕੋਸ਼ਿਸ਼ ਕਰੋ ਕਿ ਆਉਣ ਵਾਲੇ ਕੁਝ 2-3 ਮਹੀਨਿਆਂ ਤੱਕ ਇਸ 3 에ਅਰਪੋਰਟ ਨੂੰ ਬਿਲਕੁਲ ਤੁਸੀਂ ਅਵੋਇਡ ਕਰੋ। ਸੈਨ ਫਰਾਂਸਿਸਕੋ, ਦੈਨ ਤੁਹਾਡਾ ਹੈਗਾ ਲਾਸ ਐਂਜਲਸ ਐਂਡ ਦੈਨ ਤੁਹਾਡਾ ਹੈਗਾ ਸ਼ਿਕਾਗੋ। ਇਹਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰੋ। ਸੋ ਇਸ ਤੋਂ ਇਲਾਵਾ ਤੁਹਾਡੀ ਯੂਨੀਵਰਸਿਟੀ ਨਾਲ ਸਾਰੀ ਜਿਹੜੀ ਕਮਿਊਨੀਕੇਸ਼ਨ ਹੈ ਖੁਦ ਹੋਣੀ ਚਾਹੀਦੀ ਹੈ, ਅਤੇ ਤੁਸੀਂ ਉਸ ਜਗ੍ਹਾ 'ਤੇ ਜਾਓ ਜਿੱਥੇ ਤੁਹਾਡੀ ਯੂਨੀਵਰਸਿਟੀ ਹੈ, ਅਤੇ ਜਾਣ ਤੋਂ ਪਹਿਲਾਂ ਤੁਹਾਡਾ ਹੋਟਲ ਬੁੱਕ ਹੋਣਾ ਚਾਹੀਦਾ ਹੈ। ਇਹ ਕਦੀ ਵੀ ਨਾ ਕਹੋ ਕਿ ਮੈਂ ਆਪਣੇ ਮਾਮੇ ਚਾਚੇ ਤਾਏ ਕੋਲ ਜਾ ਰਿਹਾ ਹੈ ਜਾਂ ਮੇਰਾ ਕਜ਼ਨ ਲੈਣ ਆ ਰਿਹਾ ਹੈ। ਉਹਨਾਂ ਬੱਚਿਆਂ ਨੂੰ ਜ਼ਿਆਦਾ ਰੋਕਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਕੋਈ ਲੈਣ ਆ ਰਿਹਾ ਹੈ। ਸੋ ਬੈਟਰ ਇਹ ਹੈ ਕਿ ਤੁਸੀਂ ਕਹੋ ਕਿ ਮੈਂ ਯੂਨੀਵਰਸਿਟੀ ਡਾਇਰੈਕਟ ਜਾ ਰਿਹਾ ਹਾਂ ਅਤੇ ਇਹ ਮੈਂ ਹੋਟਲ ਬੁੱਕ ਕੀਤਾ ਹੈ। ਤੁਸੀਂ ਉੱਥੇ ਪ੍ਰੋਪਰਟੀ 'ਤੇ ਵੀ ਪੇ ਕਰ ਸਕਦੇ ਹੋ। ਪੇ ਐਟ ਪ੍ਰੋਪਰਟੀ ਦੀ ਆਪਸ਼ਨ ਚੂਜ਼ ਕਰੋ। ਜੇ ਤੁਸੀਂ ਪਹਿਲਾਂ ਇੱਥੋਂ ਪੈਸੇ ਪੇ ਕਰਕੇ ਨਹੀਂ ਜਾਣਾ ਚਾਹੁੰਦੇ ਹੋ, ਉਹ ਸਾਰੀਆਂ ਆਪਸ਼ਨਸ ਅਵੇਲੇਬਲ ਹੈ। ਸੋ ਤੁਸੀਂ ਆਪਣਾ ਹੋਟਲ ਜ਼ਰੂਰ ਬੁੱਕ ਕਰਕੇ ਜਾਓ ਜਿਹੜਾ ਤੁਹਾਡੀ ਯੂਨੀਵਰਸਿਟੀ ਦੇ ਆਸ-ਪਾਸ ਹੈਗਾ। ਇਹ ਕੋਈ ਲਾਅ ਨਹੀਂ ਹੈਗਾ ਕਿ ਜੇ ਤੁਸੀਂ ਮੰਨ ਲਓ ਸੈਨ ਮਾਰਕੋਸ ਜਾਣਾ ਹੈ, ਉਹਦੇ ਲਾਗੇ ਸੈਨ ਫਰਾਂਸਿਸਕੋ 에ਅਰਪੋਰਟ ਹੈ, ਤਾਂ ਤੁਸੀਂ ਸੈਨ ਡਿਏਗੋ ਨਹੀਂ ਉਤਰ ਸਕਦੇ। ਤੁਸੀਂ ਕੈਲੀਫੋਰਨੀਆ 'ਚ ਕਿਤੇ ਵੀ ਉਤਰ ਸਕਦੇ ਹੋ। ਜੇ ਪੁੱਛਿਆ ਜਾਵੇ ਕਿ ਤੁਸੀਂ ਨੀਅਰੈਸਟ 에ਅਰਪੋਰਟ ਕਿਉਂ ਨਹੀਂ ਚੂਜ਼ ਕੀਤਾ, ਮੈਨੂੰ ਫਲਾਈਟ ਅਵੇਲੇਬਲ ਨਹੀਂ ਸੀ ਜਾਂ ਉਹ ਫਲਾਈਟ ਅਫੋਰਡੇਬਲ ਨਹੀਂ ਸੀ। ਤੁਸੀਂ ਨੀਅਰੈਸਟ ਸਟੇਟ ਵਿੱਚ ਵੀ ਉਤਰ ਸਕਦੇ ਹੋ। ਜਿਸ ਤਰ੍ਹਾਂ ਕਿ ਤੁਸੀਂ ਮੰਨ ਲਓ ਕੈਲੀਫੋਰਨੀਆ, ਤੁਸੀਂ ਅਰੀਜ਼ੋਨਾ ਉਤਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ। ਇਸ ਤੋਂ ਬਾਅਦ ਇਮੀਗ੍ਰੇਸ਼ਨ ਸਭ ਤੋਂ ਸਟ੍ਰਿਕਟਲੀ ਕੀ ਪੁੱਛ ਰਹੀ ਹੈ, ਸ਼ੋ ਮੀ ਦਾ ਫੰਡਸ ਯੂ ਹੈਵ। ਸੋ ਬਹੁਤ ਸਾਰੇ ਬੱਚੇ ਕੀ ਹੈ ਕਿ ਇੱਧਰੋਂ ਸਟੇਟਮੈਂਟ ਬਣਵਾ ਕੇ ਲੈ ਜਾਂਦੇ ਹਨ, ਪਰ ਜੇ ਜੈਨੂਅਨ ਵੀ ਹੈ ਉਹ ਸਟੇਟਮੈਂਟ ਲੈ ਕੇ ਜਾਂਦੇ ਹਨ, ਉਹ ਕਿਸੇ ਵੀ ਦਿੱਤੀ ਹੋਈ ਪੇਪਰ ਵਾਲੀ ਚੀਜ਼ ਨੂੰ ਮੰਨਦੇ ਨਹੀਂ ਪਏ। ਉਹ ਕਹਿੰਦੇ ਸ਼ੋ ਮੀ ਇਨ ਯੋਰ ਅਕਾਊਂਟ। ਸੋ ਤੁਹਾਨੂੰ ਉਸ ਕੇਸ ਵਿੱਚ ਆਪਣੇ ਮਦਰ ਫਾਦਰ ਦਾ ਜਿਹੜਾ ਅਕਾਊਂਟ ਲੌਗਇਨ ਲੈ ਕੇ ਜਾਣਾ ਪਵੇਗਾ। ਤੁਸੀਂ ਕੋਈ ਇੱਕ ਅਕਾਊਂਟ ਲੈ ਜਾਓ ਜਿਹਦੇ ਵਿੱਚ ਘੱਟੋ ਘੱਟ 15 ਲੱਖ ਹੋਵੇ ਜਾਂ ਤੁਹਾਡਾ $20,000 ਉਹ 'ਚ ਪਏ ਹੋਣ, ਮਤਲਬ 15 ਤੋਂ 20 ਲੱਖ ਦੇ ਵਿੱਚ ਤੁਹਾਡੇ ਕੋਲ ਫੰਡਿੰਗ ਹੋਣੀ ਚਾਹੀਦੀ ਹੈ, ਕਿਉਂਕਿ ਇਹ ਮੇਜਰ ਕੁਐਸਚਨ ਪੁੱਛਿਆ ਜਾ ਰਿਹਾ ਹੈ ਕਿ ਤੁਹਾਡੇ ਕੋਲ ਫੰਡਸ ਹੈ ਕਿ ਨਹੀਂ ਹੈ। ਬਿਕੋਜ਼ ਉਹ ਡਾਊਟ ਕਰ ਰਹੇ ਆ ਕਿ ਬੱਚੇ ਪੜ੍ਹਨਾ ਨਹੀਂ ਚਾਹੁੰਦੇ। ਸੋ ਇਹ ਸਖਤਾਈ ਜ਼ਿਆਦਾ ਕੈਲੀਫੋਰਨੀਆ ਕਿਉਂ ਹੋਈ, ਕਿਉਂਕਿ ਬਹੁਤ ਸਾਰੇ ਪੰਜਾਬੀ ਪਿਛਲੇ 2 ਸਾਲ 'ਚ ਕੈਲੀਫੋਰਨੀਆ ਗਏ ਹਨ। ਜਦੋਂ ਵੀ ਪੰਜਾਬੀ ਨੂੰ ਪੁੱਛੀਏ ਵੀ ਕਿੱਥੇ ਜਾਣਾ ਚਾਹੁੰਦਾ USA, ਉਹ ਪਹਿਲਾਂ ਹੀ ਕਹਿੰਦਾ ਜੀ ਮੈਂ ਤਾਂ ਕੈਲੀਫੋਰਨੀਆ ਜਾਣਾ ਹੈ। ਸੋ ਉਹਨਾਂ ਦੀ ਸਭ ਤੋਂ ਬੈਸਟ ਡੈਸਟੀਨੇਸ਼ਨ ਹੋ ਗਈ ਹੈ ਪੰਜਾਬੀਆਂ ਦੀ ਕੈਲੀਫੋਰਨੀਆ। ਸੋ ਉੱਥੇ ਬਹੁਤ ਸਾਰੇ ਬੱਚੇ ਗਏ ਅਤੇ ਉਹਨਾਂ 'ਚੋਂ 60% ਬੱਚੇ ਯੂਨੀਵਰਸਿਟੀਜ਼ ਪਹੁੰਚੇ ਨਹੀਂ। ਉਹਨਾਂ ਨੇ ਯੂਨੀਵਰਸਿਟੀਜ਼ ਚੇਂਜ ਕਰ ਲਈਆਂ ਜਾਂ ਕਿਸੇ ਨੇ ਕੋਈ ਅਸਾਈਲਮ ਪਾ ਲਈ, ਕੋਈ ਇਲੀਗਲ ਹੋ ਗਿਆ। ਸੋ ਇਹਨਾਂ ਕਾਰਨਾਂ ਕਰਕੇ ਇਹ ਵਾਲੇ ਜੇ 에ਅਰਪੋਰਟਸ ਹੈਗੇ ਆ, ਇੱਥੇ ਬਹੁਤ ਜ਼ਿਆਦਾ ਸਖਤਾਈ ਹੋ ਚੁੱਕੀ ਹੈ। ਸੋ ਇਹਨਾਂ ਨੂੰ ਅਵੋਇਡ ਕਰਨ ਦੀ ਕੋਸ਼ਿਸ਼ ਕਰੋ ਤੁਸੀਂ। ਇਸ ਤੋਂ ਇਲਾਵਾ ਤੁਹਾਡਾ ਅਕਾਊਂਟ ਤੁਹਾਡੇ ਫੋਨ ਵਿੱਚ ਲੌਗਇਨ ਹੋਣਾ ਚਾਹੀਦਾ ਹੈ। ਤੁਹਾਡੇ ਕੋਲ ਐਪਲੀਕੇਸ਼ਨ ਹੋਣੀ ਚਾਹੀਦੀ ਕਿਸੇ ਵੀ ਬੈਂਕ ਦੀ ਜਿੱਥੇ ਤੁਹਾਡੇ ਮਦਰ ਫਾਦਰ ਦੇ ਪੈਸੇ ਹੈਗੇ ਆ। ਅਤੇ ਲਾਸਟਲੀ ਹੋ ਸਕਦਾ ਹੈ ਕਿ ਜੋ ਤੁਹਾਡੀ ਇੰਟਰਵਿਊ ਇੰਡੀਆ ਵਿੱਚ ਹੋਈ, ਚਾਹੇ ਉਹ ਚੇਨਈ ਹੋਈ, ਦਿੱਲੀ ਹੋਈ, ਮੁੰਬਈ ਹੋਈ, ਕੋਲਕਾਤਾ ਹੋਈ, ਹੈਦਰਾਬਾਦ ਹੋਈ, ਉਸ ਤੋਂ ਅਲੱਗ ਲੈਵਲ ਦੀ ਜਾਂ ਉਸ ਤੋਂ ਹਾਈ ਲੈਵਲ ਦੀ ਇੰਟਰਵਿਊ ਇਮੀਗ੍ਰੇਸ਼ਨ ਵਾਲੇ ਲੈਣ। ਸੋ ਜਦੋਂ ਮੈਂ ਗੱਲ ਕਰਦਾ ਇੰਟਰਵਿਊ ਦੀ, ਦੇ ਮੇ ਆਸਕ ਵਿਚ ਯੂਨੀਵਰਸਿਟੀ, ਵਿਚ ਕੋਰਸ, ਹਾਊ ਯੂ ਕਮ ਟੂ ਨੋ ਅਬਾਊਟ ਦਿਸ ਯੂਨੀਵਰਸਿਟੀ, who is sponsoring your studies। ਤੁਸੀਂ ਯੂਨੀਵਰਸਿਟੀ ਜਾ ਕੇ ਪਹਿਲਾਂ ਕਿਹਨੂੰ ਮਿਲेंगे, ਤੁਹਾਨੂੰ ਆਪਣੇ ਇੰਟਰਨੈਸ਼ਨਲ ਐਡਵਾਈਜ਼ਰ ਦਾ ਨਾਮ ਰਟਿਆ ਹੋਣਾ ਚਾਹੀਦਾ ਹੈ। ਤੁਹਾਨੂੰ ਆਪਣੇ ਕੋਰਸ ਦੀ ਡਿਟੇਲ ਪਤਾ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਕੋਰਸ 'ਚ ਕਿਹੜੇ ਮੋਡਿਊਲ ਹੈ, ਕੋਰਸ ਦੀ ਡਿਊਰੇਸ਼ਨ ਕੀ ਹੈ, ਕੋਰਸ ਦੀ ਫੀ ਕੀ ਹੈ, ਤੁਹਾਡੇ ਟੋਟਲ ਕਿੰਨੇ ਸਮੈਸਟਰ ਹਨ। ਇੱਕ ਡਿਟੇਲ ਤੁਹਾਡੀ ਟਿਪਸ 'ਤੇ ਹੋਣੀ ਚਾਹੀਦੀ ਹੈ। ਯੂਨੀਵਰਸਿਟੀ ਦੇ ਵਿੱਚ ਤੁਹਾਡਾ ਹੈੱਡ ਆਫ ਡਿਪਾਰਟਮੈਂਟ ਕੌਣ ਹੈਗਾ ਹੈ। ਸੋ ਇੱਕ ਡਿਟੇਲ ਜਿਹੜੀ ਤੁਹਾਨੂੰ ਪਤਾ ਹੋਣੀ ਚਾਹੀਦੀ ਯੂਨੀਵਰਸਿਟੀ ਬਾਰੇ, ਉਹ ਤੁਹਾਡੇ ਟਿਪਸ 'ਤੇ ਹੋਣੀ ਚਾਹੀਦੀ ਹੈ। ਕੋਰਸ ਨੂੰ ਲੈ ਕੇ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਸੋ ਇਹ ਕੁਝ ਚੀਜ਼ਾਂ ਹਨ ਜਿਹੜੀਆਂ ਤੁਸੀਂ ਧਿਆਨ ਵਿੱਚ ਰੱਖਣੀਆਂ ਹਨ, ਅਤੇ ਇੰਪੋਰਟੈਂਟ ਹੈ ਕਿ ਤੁਹਾਡੀ WhatsApp ਦੀ ਚੈਟ ਕੰਪਲੀਟ ਡਿਲੀਟ ਹੋਣੀ ਚਾਹੀਦੀ ਹੈ। ਤੁਸੀਂ ਕਿਸੇ ਤੋਂ ਵੀ ਕੇਸ ਕਰਵਾਇਆ, ਤੁਸੀਂ ਫੰਡਿੰਗ ਕਿਤੋਂ ਵੀ ਕਰਵਾਈ, ਤੁਹਾਡੀ ਕੋਈ ਵੀ ਕਮਿਊਨੀਕੇਸ਼ਨ WhatsApp 'ਤੇ ਨਾ ਹੋਵੇ ਜਿਹੜੀ ਕਿ ਇਹ ਦੱਸੇ ਵੀ ਇਹਨੇ ਕੇਸ ਬਾਹਰੋਂ ਕਰਵਾਇਆ ਜਾਂ ਇਹਨੇ ਕੋਈ ਡਿਪਲੋਮਾ ਮੈਨੇਜ ਕੀਤਾ ਹੈ ਜਾਂ ਕੋਈ ਐਕਸਪੀਰੀਅੰਸ ਮੈਨੇਜ ਕੀਤਾ ਹੈ ਜਾਂ ਕੁਝ ਵੀ ਤੁਸੀਂ ਕੀਤਾ ਹੈ। ਸੋ ਇਹ ਕਲੀਅਰ ਕੱਟ ਹੋਵੇ ਕਿ ਤੁਸੀਂ ਸਾਰਾ ਕੁਝ ਆਪ ਕੀਤਾ ਹੈ, ਤੇ ਤੁਹਾਡੀ ਕੰਸਲਟੈਂਟ ਦੇ ਨਾਲ ਹੋਈ ਹਰ ਇੱਕ ਚੈਟ, ਹਰ ਇੱਕ ਕਮਿਊਨੀਕੇਸ਼ਨ ਡਿਲੀਟ ਹੋਣੀ ਚਾਹੀਦੀ ਹੈ। ਸੋ ਇਹਨਾਂ ਚੀਜ਼ਾਂ ਦਾ ਕੁਝ ਖਾਸ ਧਿਆਨ ਰੱਖੋ, ਅਤੇ ਇੰਪੋਰਟੈਂਟ ਹੈ ਕਿ ਤੁਹਾਡਾ ਉੱਥੇ ਕੌਨਫੀਡੈਂਸ ਬਹੁਤ ਅੱਛਾ ਹੋਣਾ ਚਾਹੀਦਾ ਹੈ। ਤੁਹਾਡੀ ਇੰਟਰੋਗੇਸ਼ਨ ਹੋਏਗੀ, ਤੁਹਾਨੂੰ ਡਰਨਾ ਨਹੀਂ ਚਾਹੀਦਾ ਬਿਲਕੁਲ ਵੀ। ਤੁਸੀਂ ਆਪਣੀ ਗੱਲ 'ਤੇ ਬਿਲਕੁਲ ਅਟਲ ਰਹਿਣਾ ਹੈ। ਵੈਸੇ ਤਾਂ ਜਿਹੜੇ ਬੱਚੇ ਅਕਾਊਂਟ 'ਤੇ ਲੌਗਇਨ ਲੈ ਕੇ ਜਾ ਰਹੇ ਹਨ, ਜਿਹਨਾਂ ਦੀ I-20s ਵੈਲਿਡ ਹਨ, ਜਿਨ੍ਹਾਂ ਨੇ ਫੀਸ ਪੇ ਕੀਤੀ ਹੈ, ਮਿਨੀਮਮ 6 ਮਹੀਨੇ ਦੀ ਫੀਸ ਤੁਸੀਂ ਪੇ ਕਰਕੇ ਹੀ ਜਾਓ, ਤਾਂ ਉਹਦੀ ਰਸੀਦ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਤੁਹਾਡਾ ਏਜੰਟ ਬੋਲੇ ਜੀ ਮੈਂ ਫੀਸ ਦੇ ਦਿੱਤੀ, ਚੈੱਕ ਕਰਵਾ ਲਓ ਜਾ ਕੇ। ਨਹੀਂ, ਉਸ ਯੂਨੀਵਰਸਿਟੀ ਦੀ ਚਾਹੇ ਫਲਾਈ ਵਾਇਰ ਦੀ ਰਸੀਦ ਹੈ
ਜਾਂ ਤੁਸੀਂ ਡਾਇਰੈਕਟ ਟ੍ਰਾਂਸਫਰ ਕੀਤੀ ਹੈ ਵਾਇਰ ਟ੍ਰਾਂਸਫਰ, ਉਹਦੀ ਰਸੀਦ ਤੁਹਾਡੇ ਕੋਲ 6 ਮਹੀਨੇ ਦੀ ਰਸੀਦ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਸੋ ਇਹਨਾਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖੋ। ਜੇ ਤੁਸੀਂ ਇਹ ਨਹੀਂ ਚਾਹੁੰਦੇ, ਕੋਈ ਬਣੀ ਬਣਾਈ ਗੱਲ ਨੂੰ ਵਿਗਾੜਨਾ ਨਹੀਂ ਚਾਹੁੰਦੇ ਹੋ, ਇਹ ਨਾ ਹੋਵੇ ਕਿ ਤੁਸੀਂ ਸਭ ਕੁਝ ਕਰਕੇ ਇੰਨੇ ਪੈਸੇ ਲਾ ਕੇ USA ਜਾਓ ਤੇ ਤੁਹਾਨੂੰ ਵਾਪਸ ਆਉਣਾ ਪਵੇ। ਉਹ ਵਾਪਸ ਆਉਣਾ ਉੱਥੋਂ ਬੜਾ ਔਖਾ ਹੈ। ਸੋ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖੋ। ਇਹ ਸ਼ੋਅ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।